ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਹਰਭਜਨ ਸਿੰਘ ਭੁੱਲਰ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਛੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਲਖਬੀਰ ਸਿੰਘ ਭੁੱਲਰ, ਮਨਪ੍ਰੀਤ ਕੌਰ, ਤਨਵੀਰ ਸਿੰਘ ਭੁੱਲਰ, ਸਾਹਿਬਜੀਤ ਕੌਰ ਭੁੱਲਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਵਿਸ਼ੋਆ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਹਰਭਜਨ ਸਿੰਘ ਭੁੱਲਰ ਜੀ ਦਾ ਜਨਮ 1 ਜਨਵਰੀ 1932 ਨੂੰ ਪਿਤਾ ਸਵਰਗੀ ਸਰਦਾਰ ਕਰਤਾਰ ਸਿੰਘ ਸਾਬਕਾ ਫੌਜੀ ਦੇ ਘਰ ਮਾਤਾ ਸਰਦਾਰਨੀ ਦਲੀਪ ਕੌਰ ਹੁਣਾਂ ਦੀ ਕੁੱਖੋਂ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ ਅਤੇ ਮਿਹਨਤੀ ਇਨਸਾਨ ਸਨ। ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪ ਜੀ ਨੇ ਇੰਡੀਅਨ ਆਰਮੀ ਵਿੱਚ ਸੇਵਾ ਕੀਤੀ। ਆਪ ਜੀ ਦਾ ਵਿਆਹ ਸਰਦਾਰਨੀ ਅਮਰ ਕੌਰ ਹੁਣਾਂ ਨਾਲ ਹੋਇਆ। ਚਾਹੇ ਆਪ ਜੀ ਫੌਜ ਵਿੱਚ ਨੌਕਰੀ ਕਰਦੇ ਸਨ, ਪਰ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਆਪ ਜੀ ਦੇ ਘਰ 6 ਪੁੱਤਰੀਆਂ ਅਤੇ 1 ਪੁੱਤਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਖੂਬ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦਾ ਪਰਿਵਾਰ ਆਪੋ ਆਪਣੇ ਖੇਤਰਾਂ ਵਿੱਚ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚਾ ਚੁੱਕ ਰਿਹਾ ਹੈ। ਆਰਮੀ ਤੋਂ ਰਿਟਾਇਰ ਹੋਣ ਉਪਰੰਤ ਆਪ ਜੀ ਨੇ ਇੰਡੀਅਨ ਆਇਰਨ ਐਂਡ ਸਟੀਲ ਕੰਪਨੀ ਵਿੱਚ ਬਤੌਰ ਸਿਕਿਉਰਿਟੀ ਦੀ ਨੌਕਰੀ ਕੀਤੀ। 1999 ਵਿੱਚ ਉੱਥੋਂ ਸੇਵਾ ਛੱਡ ਕੇ ਆਪ ਜੀ ਆਪਣੇ ਘਰ ਵਾਪਸ ਆ ਗਏ। ਉਪਰੰਤ ਆਪ ਜੀ ਸਮਾਜਿਕ ਕੰਮਾਂ ਵਿੱਚ ਲੱਗ ਗਏ ਅਤੇ ਆਪ ਜੀ ਪਿੰਡ ਦੇ ਮੈਂਬਰ ਪੰਚਾਇਤ ਦੇ ਅਹੁਦੇ ਤੇ ਵੀ ਰਹੇ। ਸਰਦਾਰ ਹਰਭਜਨ ਸਿੰਘ ਜੀ ਇੱਕ ਬਹੁਤ ਹੀ ਚੰਗੇ ਖਿਡਾਰੀ ਸਨ। ਆਪ ਜੀ ਨੇ 200 ਮੀਟਰ ਅਤੇ 400 ਮੀਟਰ ਦੌੜ ਵਿੱਚ 2 ਸਿਲਵਰ ਅਤੇ 1 ਕਾਂਸੀ ਦਾ ਮੈਡਲ ਵੀ ਹਾਸਿਲ ਕੀਤਾ ਹੋਇਆ ਸੀ। ਆਪ ਜੀ ਬਹੁਤ ਹੀ ਇਮਾਨਦਾਰ ਸ਼ਖਸੀਅਤ ਸਨ ਅਤੇ ਆਪਣੇ ਹਰ ਕੰਮ ਨੂੰ ਬਹੁਤ ਹੀ ਇਮਾਨਦਾਰੀ ਨਾਲ ਕਰਿਆ ਕਰਦੇ ਸਨ। ਆਪ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਰਿਹਾ ਕਰਦੇ ਸਨ। ਸਰਦਾਰ ਹਰਭਜਨ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਰੋਜ਼ਾਨਾ ਗੁਰੂ ਘਰ ਜਾਣਾ, ਪਾਠ ਪੂਜਾ ਕਰਨੀ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। पवन मन पर हमारा नाम
पतंगा कई जन्म गजमीन कुरंगा कई जन्म पंखी सब हो कई जन्म है वर दिल जगदीश मिलन की बरिया चिंता दुनिया बाते मैं कीर्तन को अब किस कृपा की जय अब किस कृपा की जय हो दर्शन दिलो अपना ऐसी बख्श करी ऐसी बख्श करी हम देते मैं कीर्तन को अब किस कृपा की जय अब किस कृपा की जय बहुत जन्म बिछड़े थे मातो एक जन्म तुम्हारे कह विदा से आस लगती हो चिर भर दर्शन देखे चिर भर दर्शन देखे प्रभु की जय कृपा निधान हम हर गुण गावेंगे और अमृत लो नित्या प्रभु मोहे कब बदलावेंगे प्रभु मोहे कब बदलावेंगे जैसा बाल पाए सबाई लखे अपराध कमावे कर उपदेश छिड़के मोह पाती पहाड़ पिता लागे पिछले आंगन बखले वे आगे मार पावे पिछले आंगन बखले वे आगे मार पावे ये तेरी बरिया ये तेरी बरिया
ਮੋਢਿਆਂ ਦੇ ਤਾਣ ਨੇ ਓਟਿਆਂ ਦੀ ਓਟ ਐਸੇ ਦੀਨ ਦਇਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਜੀ ਆਪ ਜੀ ਕੇ ਅੰਮ੍ਰਿਤ ਬਚਨ ਹਨ ਜੀ ਜਿਹਾ ਜੀ ਦੀ ਲਿਖਿਆ ਦੇਹਾ ਹੁਕਮ ਕਮਾਏ ਕੱਲੇ ਆਵੇ ਨਾਨਕ ਸਤੇ ਉਠੀ ਜਾਏ ਜੀ ਦੇ ਮਹਾਂਵਾਕ ਅਨੁਸਾਰ ਪਰਮੇਸ਼ਰ ਜੀ ਆਪ ਜੀ ਦੇ ਦਰ ਤੋਂ ਭੇਜੇ ਹੋਏ ਜੀਵ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਜੋ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਹਨ ਤਿਨਾਂ ਦੇ ਨਿਮਿਤ ਸਮੂਹ ਪਰਿਵਾਰ ਨੇ ਮਿਲ ਕਰਕੇ ਆਪ ਜੀ ਦਾ ਊਟ ਆਸਰਾ ਲੈਂਦੇ ਹੋਏ ਆਪ ਜੀ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਜੀ ਦੀ ਆਰੰਭਤਾ ਕੀਤੀ ਸੀ। ਆਪ ਜੀ ਦੀ ਕਿਰਪਾ ਸਦਕਾ ਅੱਜ ਸੰਪੂਰਨ ਭੋਗ ਪਾਏ ਗਏ ਹਨ ਜੀ। ਉਸ ਤੋਂ ਉਪਰੰਤ ਆਪ ਜੀ ਦੇ ਸਜੇ ਹੋਏ ਦੀਵਾਨਾਂ 'ਚ ਜੀ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਅਤੇ ਕੀਰਤਨ ਨਿਰਮੋਲ ਗਹੀਰਾ ਆਨੰਦ ਗੁਣੀ ਗਹੀਰਾ ਜੀ ਦੇ ਮਹਾਂਵਾਕ ਅਨੁਸਾਰ ਗੁਰਮਤਿ ਵਿਚਾਰ ਅਤੇ ਆਪ ਜੀ ਦੇ ਅੰਮ੍ਰਿਤ ਕੀਰਤਨ ਸ਼ਬਦ ਚੌਂਕੀ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਜੀ। ਅਖਰ ਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਕਿਰਪਾ ਕਰਨਾ ਜੀ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਏ ਇਹ ਆਹੂ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਜੀ ਵਾਲੀ ਅਸੀਸ ਪ੍ਰਾਪਤ ਕਰਨ ਲਈ ਆਪ ਜੀ ਦੇ ਸੇਵਕਾਂ ਨੇ ਚਰਨ ਵਰਸੇ ਹਨ ਜੀ। ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਕਰਨਾ ਜੀ। ਬੱਚਿਆਂ ਨੂੰ ਆਗਿਆਕਾਰੀ ਜੀਵਨ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ। ਆਪ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਸਤਿਕਾਰ ਕਰਦੇ ਹੋਏ ਕੀਰਤਨ ਭੇਟਾ ਹਾਜ਼ਰ ਕਰਦੇ ਹਨ ਜੀ। ਸੇਵਾ ਕੀਤੀ ਦਾਨ ਪ੍ਰਵਾਨ ਕਰਨੀ ਆਪ ਜੀ ਦੇ ਤਖਤਾਂ ਦੀ ਸੇਵਾਵਾਂ ਨਿਭਾਉਂਦੇ ਹਨ ਜੀ। ਸੇਵਾ ਕੀਤੀ ਸਤਿਗੁਰੂ ਜੀ ਦਾਨ ਪ੍ਰਵਾਨ ਕਰਨਾ ਜੀ। ਮੇਰਾ ਭਰਿਆ ਹੱਥ ਰੱਖਣਾ ਜੀ। ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸਾਦ ਦੇਖ ਸਦਕੇ ਹਾਜ਼ਰ ਹੈ। ਆਪ ਜੀ ਕੋ ਭੋਗ ਲੱਗੇ ਸੀਤ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਸਤਿਗੁਰ ਜੀ ਆਪ ਜੀ ਦੇ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਜਥਾ ਸਖਤ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ। ਮੇਰਾ ਭਰਿਆ ਹੱਥ ਰੱਖਣਾ ਜੀ। ਆਪ ਜੀ ਅਸਲੇ ਸ੍ਰੀ ਮੁਖ ਵਾਕ ਬਖਸ਼ਿਸ਼ ਕਰੋ ਜੀ। ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਪੰਚ ਪਦਾ ਅਚਰ ਚਰੈ ਤਾ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ ਅਚਰ ਚਰੈ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ ਮੇਰੇ ਕੋ
बिद अपने जन को दे वड्याई गुरमत राम नाम प्रगासो सदा रहो सरनाई रहाओ एहो संसार सब आवण जाना मन मूर्ख चेत आ जाना हर जियो कृपा करो गुर मेलो ताहर नाम समाना जिसकी वथ सोई प्रभ जाने जिसनु दे सो पाए वस्त अनूप आत अगम अगोचर गुरपूरा अलख लखाए जिन एह जाखी सोई जाने गूंगे की मिठियाई रतन लुकाया लूकै नाही जे को रखै लुकाई सब किश तेरा तू अंतर जामी तू सबना का प्रभ सोई जिसनु दात करे सो पाए जन नानक आवर ना कोई सब किश तेरा तू अंतर जामी तू सबना का प्रभ सोई जिसनु दात करे सो पाए जन नानक आवर ना कोई वाहिगुरु जी का खालसा वाहिगुरु जी की फतेह। परम सत्कारयोग गुरु की निवाजी साध संगत जी परमात्मा जी की कृपा सदका जो इस कार्य को लेके दरबार ने सतगुरु जी के मुबारक चरण पासे उस कार्य की संपूर्णता की अरदास हुई है। साडे बहुत सत्कारयोग बजुर्ग भाई हरभजन सिंह जी जिन्नी आरजा देंगे अकाल पुरख ने संसार ते भेजे स्वासा की पूंजी समाप्ति ते सदा लिए शरीर करके सदैव छोड़ा देंगे तिना दिन मेहताब जी सारे अंतिम अरदास में शामिल हुए हो। दस्तार की रस्म जी है वो साडे सरकार जो जी लखबीर सिंह जी ने करनी है। इस तो इलावा और कोई भी माया या किसी भी चीज की परिवार वालों बेनती है या आपकी इस बेनती प्रवान कराते हुए खर्चल ना करे। गुरु साहब की हजूरी में साढ़े वीर जो लखबीर सिंह जी उन्होंने जो संसारी रस्म है महाराज जी के इतिहास में भी वचन होंगे हैं संसारी पग पृथ्वी चांदनी बदी और गुरता की पग गुरु अर्जन लती बुराई की पग श्री गुरु अर्जन साहब जी ने मिले श्री गुरु रामदास जी का ज्योति जो समाए और संसारी पग जी है वो पृथ्वी चंद जी बड़े सपूत मिली है। सो जो परिवार ने पग देनी है परिवार ने वो गुरु साहब जी हजूरी में आके पग की रस्म अदा करे।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਸਮਾਨ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ, ਜਿਹੜੇ ਅੱਜ ਤੋਂ 10 ਰੋਜ਼ ਪਹਿਲਾਂ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜਾ ਬਰਾਜੇ ਨੇ। ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਏ ਉਹਨਾਂ ਦੇ ਕਈ ਸਨੇਹੀ ਰਿਸ਼ਤੇਦਾਰ ਜੋ ਸੰਗਤ ਰੂਪ ਵਿੱਚ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਹੋ, ਸਰਬੱਤ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਛ ਕਹਾਂ ਤੇ ਮੇਰਾ ਬਹੁਤ ਹੀ ਜ਼ਿਆਦਾ ਨੇੜ ਸੀ ਉਹਨਾਂ ਦੇ ਨਾਲ, ਬੜਾ ਸਮਾਂ ਮੈਂ ਗੁਜ਼ਾਰਿਆ ਉਹਨਾਂ ਦੇ ਨਾਲ ਰਹਿ ਕੇ। ਪਰਿਵਾਰ ਦੇ ਵਿੱਚ ਮੇਰਾ ਬੜਾ ਆਉਣ ਜਾਣ ਸੀ ਤੇ ਜੇ ਮੈਂ ਉਹਨਾਂ ਦੇ ਸੁਭਾਅ ਦੀ ਗੱਲ ਕਰਾਂ, ਉਹਨਾਂ ਦੀਆਂ ਚੰਗਿਆਈਆਂ ਦੀ ਗੱਲ ਕਰਾਂ ਤੇ ਬਹੁਤ ਹੀ ਚੜ੍ਹਦੀ ਕਲਾ ਵਾਲਾ ਉਹਨਾਂ ਦਾ ਸੁਭਾਅ ਸੀ। ਭਾਵੇਂ ਕੁਝ ਸਮੇਂ ਤੋਂ ਉਹ ਬੈੱਡ ਤੇ ਸੀ, ਭਾਵੇਂ ਉਹਨਾਂ ਨੂੰ ਕੋਈ ਤਕਲੀਫ ਸੀ, ਪਰ ਜਦੋਂ ਪੁੱਛਣਾ ਕਹਿਣਾ ਚੜ੍ਹਦੀ ਕਲਾ। ਬਾਬਾ ਜੀ ਕੀ ਹਾਲ ਆ? ਹਾਲ ਵੀ ਚੰਗੇ ਤੇ ਚਾਲ ਵੀ ਚੰਗੀ ਆ। ਮੈਂ ਮੁਸਕਰਾ ਕੇ ਕਹਿਣਾ, ਕਦੀ ਆਏ ਨਹੀਂ ਸੀ ਕਿ ਚੜ੍ਹਦੀ ਕਲਾ ਵਿੱਚ ਰਹਿਣਾ। ਸੋ ਮੈਂ ਬਹੁਤਾ ਸਮਾਂ ਆਪ ਨਹੀਂ ਲੈਣਾ, ਬਹੁਤ ਸਾਰੇ ਬੁਲਾਰੇ ਆਏ ਨੇ, ਮੈਂ ਬਹੁਤਿਆਂ ਕੋਲ ਮਾਫੀ ਵੀ ਮੰਗ ਲੈਣੀ ਆ। ਮੈਂ ਇਹੋ ਹੀ ਕਹੂੰਗਾ ਕਿ ਜਿਹਦੇ ਜਾਣਦੇ ਆ ਉਹਨੂੰ ਤਾਂ ਪਤਾ ਬਹੁਤ ਚੰਗੇ ਸੀ ਕਿ ਇਨਸਾਨ ਜਿਹੜੇ ਨਹੀਂ ਮਿਲੇ ਹੁੰਦੇ ਤੇ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੁੰਦੀ ਹੈ ਚੰਗੇ ਬੰਦੇ ਦੇ ਜੀਵਨ ਤੋਂ ਸਿੱਧ ਲੈਣ ਦੀ। ਇੱਕ ਚੰਗੇ ਮਾਲੀ ਨੂੰ ਜੇ ਉਹਦਾ ਕੋਈ ਚੰਗਾ ਸਰਟੀਫਿਕੇਟ ਲੈਣਾ ਹੋਵੇ ਤੇ ਉਹਦੇ ਦੱਸਣ ਦੀ ਲੋੜ ਨਹੀਂ ਹੁੰਦੀ। ਉਹਦੇ ਚੰਗੇ ਬਾਲ ਬਗੀਚੇ ਤੋਂ ਸਹਿਜ ਹੀ ਅਨੁਮਾਨ ਲਗਾਇਆ ਜਾ ਸਕਦਾ ਜਿਹਦਾ ਬਾਲ ਬਗੀਚਾ ਇਹਦਾ ਸੋਹਣਾ ਮਾਲੀ ਨੇ ਸਿਰਜਿਆ, ਉਹ ਮਾਲੀ ਕਿੰਨਾ ਚੰਗਾ ਹੋਵੇਗਾ। ਮੇਰੇ ਕਹਿਣ ਦੀ ਮੁਰਾਦ ਉਹਨਾਂ ਦਾ ਪਰਿਵਾਰ, ਉਹਨਾਂ ਦਾ ਬੇਟਾ ਲਖਬੀਰ ਸਿੰਘ, ਉਹਨਾਂ ਦੀਆਂ ਬੇਟੀਆਂ, ਉਹਨਾਂ ਦੇ ਦਿਮਾਗ ਜਵਾਈ ਸਾਰੇ ਗੁਰਮਤਿ ਧਾਰਨੀ ਨੇ। ਤੇ ਜਿੰਨੀ ਸੇਵਾ ਮੇਰੇ ਵੀਰ ਲਖਬੀਰ ਨੇ ਕੀਤੀ ਆ, ਮੈਂ ਸਮਝਦਾ ਸਤਿਗੁਰੂ ਸੱਚੇ ਪਾਤਸ਼ਾਹ ਸਪੁੱਤਰ ਸਾਰਿਆਂ ਨੂੰ ਏਦਾਂ ਦੇ ਦੇਵੀ, ਏਦਾਂ ਦੀਆਂ ਧੀਆਂ ਦੇਵੀ ਤੇ ਨੂੰਹ ਵੀ ਏਦਾਂ ਦੀ ਦੇਵੀ। ਨੂੰਹ ਨੇ ਵੀ ਬੜੀ ਸੇਵਾ ਕੀਤੀ ਆ, ਪੋਤਰੇ ਨੇ ਸੇਵਾ ਕੀਤੀ ਆ। ਸੋ ਮੈਨੂੰ ਇਹ ਪੂਰਨ ਵਿਸ਼ਵਾਸ ਆ ਕਿ ਉਹ ਆਪਣੇ ਪਰਿਵਾਰ ਦੇ ਪੱਖੋਂ ਖੁਸ਼ ਗਏ ਆ। ਹਰ ਵੇਲੇ ਸੇਵਾ ਵਿੱਚ ਰਹਿਣਾ ਪਰਿਵਾਰ ਨੇ। ਇੱਕ ਜਣੇ ਨੇ ਪੱਕੀ ਹਾਜ਼ਰੀ ਰੱਖਣੀ ਬਾਬਾ ਜੀ ਵਾਸਤੇ। ਸੋ ਜੋ ਬੱਚਿਆਂ ਦੇ ਫਰਜ਼ ਬਣਦੇ ਆ ਉਹ ਇਹਨਾਂ ਨੇ ਇਹਨੂੰ ਨਿਭਾਏ ਆ। ਸੋ ਬਹੁਤਾ ਸਮਾਂ ਮੈਂ ਨਹੀਂ ਲੈਣਾ। ਮੈਂ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਾਂਗਾ, ਸਤਿਗੁਰੂ ਸੱਚੇ ਪਾਤਸ਼ਾਹ ਭਾਵੇਂ ਉਹ ਬਹੁਤ ਚੰਗੇ ਸੀ, ਸਾਡੇ ਉਮਰ 'ਚ ਵਡੇਰੇ ਸੀ, ਸਾਡੇ ਨਾਲੋਂ ਸਿਆਣੇ ਸੀ, ਪਰ ਸਤਿਗੁਰੂ ਜੀ ਤੁਹਾਡੇ ਨਾਲੋਂ ਸਿਆਣਾ ਕੋਈ ਨਹੀਂ। ਸਮਰੱਥ ਤੁਸੀਂ ਦੇ। ਉਹਨਾਂ ਕੋਲੋਂ ਜੀਵਨ ਦੇ ਵਿੱਚ ਬੀਤਦਿਆਂ, ਚੱਲਦਿਆਂ, ਬੈਠਦਿਆਂ, ਉੱਠਦਿਆਂ ਬਹੁਤ ਸਾਰੀਆਂ ਭੁੱਲਾਂ ਵੀ ਹੋ ਗਈਆਂ ਹੋਣਗੀਆਂ। ਤੁਸੀਂ ਸਮਰੱਥ ਜੇ ਬਖਸ਼ਣ ਯੋਗ ਜੇ ਬਖਸ਼ ਰਹੇ ਹੋ, ਉਹਨਾਂ ਨੂੰ ਆਪਣੇ ਪਵਿੱਤਰ ਚਰਨਾਂ 'ਚ ਨਿਵਾਸ ਬਖਸ਼ੋ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਤੇ ਗੁਰਸਿੱਖੀ ਜੀਵਨ ਸਦਾ ਝੋਲੀ ਵਿੱਚ ਪਾਈ ਰੱਖਿਓ। ਮੈਂ ਇਹੋ ਹੀ ਕਾਮਨਾ ਸਤਿਗੁਰਾਂ ਦੇ ਚਰਨਾਂ ਵਿੱਚ ਕਰਦਾ। ਹੁਣ ਮੈਂ ਬੇਨਤੀ ਕਰਾਂਗਾ, ਪਰਿਵਾਰ ਨਾਲ ਬਹੁਤ ਹੀ ਨੇੜ ਰੱਖਣ ਵਾਲੇ ਉੱਘੇ ਪੱਤਰਕਾਰ ਸਰਦਾਰ ਮਹਾਵੀਰ ਸਿੰਘ ਗਿੱਲ ਉਚੇਚੇ ਤੌਰ ਤੇ ਪਹੁੰਚੇ ਆ, ਕਿਉਂਕਿ ਉਹਨਾਂ ਦਾ ਪਰਿਵਾਰ ਨਾਲ ਬਹੁਤ ਹੀ ਜ਼ਿਆਦਾ ਨੇੜਤਾ ਰਿਸ਼ਤਾ। ਮੈਂ ਸਮਝਦਾ ਉਹਨਾਂ ਦਾ ਸਾਰੇ ਪਿੰਡ ਦਾ ਰਿਸ਼ਤਾ, ਸਾਂਝੇ ਸਾਰੇ ਪਿੰਡ ਦੇ ਨੇ। ਉਹ ਉਚੇਚੇ ਤੌਰ ਤੇ ਪਹੁੰਚੇ ਆ ਸਰਦਾਰ ਮਹਾਵੀਰ ਸਿੰਘ ਜੀ ਗਿੱਲ, ਉੱਘੇ ਪੱਤਰਕਾਰ। ਉਹ ਚੰਦ ਮਿੰਟਾਂ ਵਾਸਤੇ ਬਾਬਾ ਜੀ ਨੂੰ ਸ਼ਰਧਾ ਦੇ ਕੋਲ ਭੇਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸੋਗਮਈ ਸਾਧ ਸੰਗਤ ਜੀਓ, ਆਪ ਸਭ ਜਾਣਦੇ ਹੋ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ, ਮੈਂ ਸਤਿਕਾਰ ਨਾਲ ਮਾਮਾ ਜੀ ਕਹਿ ਦੇਵਾਂ, ਸਰਦਾਰ ਹਰਭਜਨ ਸਿੰਘ ਜੀ
ਜੋ ਇਸ ਫਾਨੀ ਸੰਸਾਰ ਵਾਲੇ ਦਾ ਕਹਿ ਕੇ ਗੁਰੂ ਚਰਨਾਂ 'ਚ ਜਾ ਬਰਾਜੇ ਉਹਨਾਂ ਦੀ ਅੰਤਮ ਅਰਦਾਸ ਹੋ ਕੇ ਇਕੱਤਰ ਹੋਏ ਆ। ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਭਾਜੀ ਜੈਪ ਸਿੰਘ ਜੀ ਨੇ ਉਹਨਾਂ ਦੀ ਜੀਵਨ ਸੰਬੰਧੀ ਨਿਚੋੜ ਕੱਢ ਕੇ ਰੱਖਿਆ। ਜ਼ਿਆਦਾ ਸਮਾਂ ਨਹੀਂ ਲਊਂਗਾ ਕਿਉਂਕਿ ਆਪ ਸਭ ਜਿੱਥੇ ਅੱਜ ਕਰੋਨਾ ਵਰਗੀ ਮਹਾਮਾਰੀ ਦੇ ਚੱਲਦਿਆਂ ਵੀ ਇੱਥੇ ਪਹੁੰਚੇ ਹੋ ਤਾਂ ਇਸ ਪਰਿਵਾਰ ਦਾ ਮਾਣ ਤੇ ਸਤਿਕਾਰ ਹੈ ਕਿ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਹੋ। ਇੱਕ ਲਸਾਨੀ ਕਿਰਦਾਰ, ਇੱਕ ਬਹੁਤ ਪੱਕੀ ਸ਼ਖਸੀਅਤ, ਇੱਕ ਯੋਧੇ ਮਨੁੱਖ ਦਾ ਤੁਰ ਜਾਣਾ। ਭਾਵੇਂ ਉਹ ਵਡੇਰੀ ਉਮਰ 'ਚ ਗਏ ਨੇ, ਬੜੀ ਸੋਹਣੀ ਉਮਰ ਭੋਗ ਕੇ ਗਏ ਨੇ, ਪਰ ਉਹਨਾਂ ਦੀ ਮੌਤ ਦਾ ਜਿਹੜਾ ਦੁੱਖ ਆ ਉਹ ਕਹਿ ਤੇ ਸਹਿ ਹੁੰਦਾ। ਕਿਉਂਕਿ ਘਾਟਾ ਪਰਿਵਾਰ ਨੂੰ ਆਖਦੇ ਨੇ ਕਿ ਜੀਆਂ ਦਾ ਘਾਟਾ ਨਾ ਪਵੇ ਕਿਸੇ ਨੂੰ, ਭਾਵੇਂ ਪੈਸੇ ਧੇਲੇ ਦਾ ਪੈ ਜਾਏ, ਪਰ ਜੀਆਂ ਦਾ ਘਾਟਾ ਨਾ ਕਿਸੇ ਨੂੰ ਪਵੇ। ਪਰਮਾਤਮਾ ਕਿਸੇ ਦਾ ਜੀ ਨਾ ਵਿਛੜੇ। ਮੈਂ ਕੱਲ ਉਹਨਾਂ ਦੇ ਬਾਰੇ ਉਹਨਾਂ ਦੇ ਲਿਖ ਰਿਹਾ ਸੀ ਅਖਬਾਰ ਵਿੱਚ, ਅੱਜ ਛਪਿਆ ਕਿ ਉਹਨਾਂ ਦਾ ਜਨਮ ਜਿਹੜਾ ਪਾਕਿਸਤਾਨ 'ਚ ਹੋਇਆ, ਨਾਰੋਵਾਲ ਪਿੰਡ ਦੇ ਵਿੱਚ 1932 ਦੇ ਵਿੱਚ। ਤਾਂ ਉਹਨਾਂ ਨੇ, ਮੈਂ ਸੋਚਦਾ ਸੀ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦੀ ਵੰਡ ਜਿਹੜੀ 1981 ਵੰਡ ਸੀ ਜਿਸ ਵਿੱਚ 10 ਲੱਖ ਲੋਕ ਸਾਡੇ ਮਾਰੇ ਗਏ, ਉਹ ਵੀ ਉਹਨਾਂ ਨੇ ਅੱਖੀਂ ਵੇਖੀ ਹੋਊਗੀ ਤੇ ਉਹਨਾਂ ਨੇ ਜਿਹੜੀ ਉਸ ਵੇਲੇ ਦੇ ਲੋਕਾਂ ਦੀ ਮਦਦ ਕੀਤੀ ਹੋਊਗੀ। ਕਿਉਂਕਿ ਜਿਹੜਾ ਮਨੁੱਖ ਜਿਸ ਦੇ ਬਾਰੇ ਵਿੱਚ ਮੇਰੇ ਬੀਜੀ ਦੱਸਦੇ ਸਨ ਕਿ ਉਹਨਾਂ ਨੇ ਸੈਂਕੜੇ ਨੌਜਵਾਨਾਂ ਨੂੰ, ਆਪਣੇ ਪਿੰਡ ਦਿਆਂ ਨੂੰ, ਆਪਣੇ ਇਲਾਕੇ ਦਿਆਂ ਨੂੰ ਨੌਕਰੀਆਂ ਦਿਲਵਾਇਆ। ਅੱਜ ਕੋਈ ਵਿਰਲਾ ਮਨੁੱਖ ਹੁੰਦਾ ਜਿਹੜਾ ਕਿਸੇ ਦੀ ਬਾਂਹ ਫੜਦਾ, ਨਹੀਂ ਤੇ ਲੋਕ ਕਹਿੰਦੇ ਨੇ ਸਰੀਰ ਡੁੱਬਦਾ ਤਾਂ ਡੁੱਬਣ ਦਿਓ, ਕਿਸੇ ਦੀ ਮਦਦ ਕਰਕੇ ਕੋਈ ਕੁਛ ਨਹੀਂ, ਕਿਉਂਕਿ ਅੱਜ ਪਦਾਰਥਵਾਦੀ ਯੁੱਗ ਆ। ਪਰ ਜਿੰਨੀਆਂ ਨੌਕਰੀਆਂ ਉਹਨਾਂ ਨੇ ਦਵਾਈਆਂ, ਮੈਂ ਬੀਜੀ ਕੋਲ ਸੁਣੀਆਂ ਗੱਲਾਂ ਮੇਰੇ ਲੂ ਕੱਟੇ ਖੜੇ ਹੋਏ, ਕਿਉਂਕਿ ਉਹਨਾਂ ਵਰਗਾ ਮਨੁੱਖ ਸ਼ਾਇਦ ਧਰਤੀ ਤੇ ਘੱਟ ਪੈਦਾ ਹੁੰਦਾ। ਦੁੱਖ ਸੁੱਖ ਦਰਦ ਕੱਪੜੇ ਪੈ ਰਿਹਾ ਮਨੁੱਖ, ਕਿਉਂਕਿ ਦੁੱਖ ਸੁੱਖ ਤਾਂ ਇਹ ਫਰਕ ਸਰੂਪ ਤੇ ਰਹੇ ਲਿਆਣਾ ਹੈ। ਪਰਮਾਤਮਾ ਦੀ ਕੁਰਬਾਨੀ ਨੇ ਸਾਨੂੰ ਧਾਰਸ ਦਿੱਤੀ ਆ। ਕੋਈ ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਹੋਣਾ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ। ਰਾਜਾ ਰਾਵ ਨਰਕ ਰਹੇ ਲਾਗਣਾ ਤੁੰਗ ਫਕੀਰ ਵਾਲੀ, ਆਪੋ ਆਪਣੀ ਕੋਈ ਨਾ ਬੰਦੇ ਤੀਰ। ਇਹ ਗੁਰਬਾਣੀ ਦੇ ਮਾਂ ਬਾਪ ਨੇ ਜਿਹੜੇ ਸਾਨੂੰ ਧਾਰਸ ਦਿੰਦੇ ਨੇ, ਸਾਨੂੰ ਹੌਸਲਾ ਦਿੰਦੇ ਨੇ, ਕਿਉਂਕਿ ਜਾਣਾ ਹਰ ਇੱਕ ਨੇ ਆ। ਤੇ ਭਾਈ ਸਿੰਘ ਸਾਹਿਬ, ਭਾਈ ਜਗਤਪੁਰ ਸਿੰਘ ਜੀ ਕੀਰਤਨ ਕਰ ਰਹੇ ਸਨ, ਤਾਂ ਉਹ ਕਹਿ ਰਹੇ ਸਨ ਕਿ ਇਨਸਾਨ ਦੇ ਨਾਲ ਸਿਰਫ ਉਸਦੀਆਂ ਚੰਗਿਆਈਆਂ ਜਾਣੀਆਂ, ਬੁਰਾਈਆਂ ਨਹੀਂ ਜਾਣੀਆਂ। ਚੰਗੇ ਕਰਮ ਕਰੂਗਾ ਫਰੀਦਾ ਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੀ ਪੱਲੇ। ਸਭ ਕੁਛ ਭਾਈ ਉਹ ਬੋਲ ਰਹੇ ਸੀ, ਕਥਾ ਕਰ ਰਹੇ ਆ, ਗੁਰਬਾਣੀ ਦਾ ਰਾਗੀ ਸਿੰਘ ਕਰ ਰਹੇ ਸੀ। ਤਾਂ ਜੋ ਉਹਨਾਂ ਨੇ ਜੀਵਿਆ, ਜਿਹੋ ਜਿਹਾ ਜੀਵਨ ਜੀਵਿਆ, ਬਹੁਤ ਸੁਚੱਜਾ ਜੀਵਨ, ਗੁਰਸਿੱਖੀ ਜੀਵਨ, ਧਾਰਮਿਕ ਬਿਰਤੀ ਵਾਲਾ ਜੀਵਨ, ਜਿਹੜਾ ਜੀਵਨ ਬਹੁਤ ਘੱਟ ਲੋਕਾਂ ਦੇ ਹਿੱਸੇ ਹੁੰਦਾ। ਉਹਨਾਂ ਨੇ ਬੜੀ ਸੋਹਣੀ, ਜਿਸ ਤਰ੍ਹਾਂ ਭਾਜੀ ਜੈਪ ਸਿੰਘ ਜੀ ਦੱਸ ਕੇ ਗਏ ਕਿ ਨੇ ਵੀਰ ਜੀ ਲਖਬੀਰ, ਉਹਨਾਂ ਦੀ ਪਤਨੀ ਮਨਪ੍ਰੀਤ ਕੌਰ ਜੀ ਅਤੇ ਸਾਰੀਆਂ ਸਤਿਕਾਰਯੋਗ ਮੇਰੀਆਂ ਵੱਡੀਆਂ ਛੋਟੀਆਂ ਭੈਣਾਂ, ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਬੜੀ ਸੇਵਾ ਕੀਤੀ। ਫਰਜ਼ ਵੀ ਨੇ ਸਾਡੇ, ਕਿਉਂਕਿ ਭਾਵੇਂ ਕਈ ਲੋਕ ਆਪਣੇ ਫਰਜ਼ਾਂ ਤੋਂ ਮੂੰਹ ਮੋੜੀ ਖੜੇ ਨੇ, ਅੱਜ ਰੁੜ ਰਹੇ ਨੇ ਬੁਢਾਪੇ 'ਚ ਲੋਕ, ਬਿਰਧ ਆਸ਼ਰਮਾਂ 'ਚ ਰੁੜ ਰਹੇ ਨੇ ਦੁਨੀਆ। ਪਰ ਜੇ ਆਂਦੇ ਨੇ ਕਿਸੇ ਘਰ ਦੀ ਖੁਸ਼ਹਾਲੀ ਵੇਖਣੀ ਹੋਵੇ ਨਾ, ਕਿਸੇ ਘਰ ਦੇ ਬਾਰੇ 'ਚ ਕੁਝ ਜਾਣਨਾ ਹੋਵੇ, ਤਾਂ ਉਹਨਾਂ ਦੇ ਬਜ਼ੁਰਗ ਕੋਲ ਬਹਿ ਜਾਓ ਜਾ ਕੇ। ਜਿਹਦੇ ਉਹ ਬਜ਼ੁਰਗ ਉਹਨਾਂ ਦਾ ਖੁਸ਼ ਆ ਤਾਂ ਸਮਝ ਲਓ ਉਹਨਾਂ ਦਾ ਘਰ ਜਿਹੜਾ ਖੁਸ਼ਹਾਲ ਆ, ਉਹਨਾਂ ਦੇ ਘਰ ਦੇ ਵਿੱਚ ਸੁੱਖ ਸ਼ਾਂਤ ਚੱਲਦੀ ਆ। ਤੇ ਜੇ ਕੋਈ ਬਜ਼ੁਰਗ ਆਪਣੇ ਦੁੱਖ ਰੋਂਦਾ, ਆਪਣੇ ਨੌ ਪੁੱਤਾਂ ਦੇ ਦੁੱਖ ਰੋਂਦਾ, ਮੈਨੂੰ ਪਾਣੀ ਨਹੀਂ ਪੁੱਛਦੇ ਦੂਜਾ ਸਿੱਧਾ, ਤਾਂ ਸਮਝ ਲਓ ਘਰ ਭਾਵੇਂ ਜਿੱਦਾਂ ਮਰਜ਼ੀ ਮਹਿਲ ਮਦਾਰਾ ਬਣਿਆ, ਪਰ ਉਸ ਘਰ, ਜਿਸ ਘਰ ਦੇ ਵਿੱਚ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਆ, ਉਹ ਸਮਝ ਲਓ ਉਸ ਘਰ ਜਿਹੜਾ ਵਾ ਉਹ ਨਰਕ ਦੇ ਬਰਾਬਰ ਆ, ਉਹ ਸਵਰਗ ਨਹੀਂ ਆ। ਤੇ ਜਿਸ ਘਰ ਦੇ ਬਜ਼ੁਰਗ ਖੁਸ਼ ਨੇ, ਉਹਨਾਂ ਦੇ ਬਡੇਰੇ ਦੀ ਹਮੇਸ਼ਾ ਖੁਸ਼ੀ ਦੇ ਚਾਅ ਜਿਹੜੇ ਬੋਲਦੇ ਰਹਿੰਦੇ ਨੇ। ਤੇ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਉਹਨਾਂ ਦੀ ਜੀਵਨੀ ਗੱਲ ਸੁਣੀ ਜਦੋਂ ਬੀਜੀ ਕੋਲੋਂ, ਤਾਂ ਮੈਂ ਉਹਨਾਂ ਬਾਰੇ ਸੁਣ ਕੇ ਹੈਰਾਨ ਹਾਂ ਸੀ ਕਿ ਉਹਨਾਂ ਨੇ ਆਪਣੇ ਜੀਵਨ ਜਿਹੜਾ ਉਹਨਾਂ ਨੇ ਨੌਕਰੀ, ਲੰਮਾ ਸਮਾਂ ਫੌਜ ਦੇ ਵਿੱਚ ਨੌਕਰੀ ਕੀਤੀ। ਉਹਨਾਂ ਨੇ 400 ਮੀਟਰ ਦੌੜ, 200 ਮੀਟਰ ਦੌੜ ਦੇ ਵਿੱਚ ਜਿੱਥੇ
तगमे जिते, मतलब चांदी के तगमे, कांसी के तगमे जिते, अपने देश का नाम रोशन किया, अपने देश की सरहदां दे उत्ते अपना जीवन जीविया, उत्थे अपने पिंड के नौजवानों को खेडों प्रति, उस वेले अपने हाड़ियां को खेडों प्रति प्रेरित किया, उन्होंने भर्ती कराया। कई अनपढ़ ਜਿਹੜੇ ਅਨਪੜ੍ਹ ਵੀਰ ਸੀ ਉਹ ਵੀ ਭਰਤੀ ਕਰਵਾ ਦਿੱਤੇ ਉਹਨਾਂ ਨੇ, ਉਸ ਵੇਲੇ ਸਮਾਜ ਕਰਾਉਂਦਾ ਸੀ। ਤੇ ਮੈਂ ਅੱਜ ਜਿੱਥੇ ਦੇ ਜੋਧੇਪੁਰ ਦੀ, ਕਿਉਂਕਿ ਅੱਜ ਸਾਡੇ ਜੋਧੇਪੁਰ ਦਿੱਲੀ ਦੀਆਂ ਬਾਰਡਰ ਦੀਆਂ ਸੜਕਾਂ ਤੇ ਅਜਿਹੇ ਬਜ਼ੁਰਗ ਜਿਹੜੇ ਆ ਉਹ ਡਿਊਟੀਆਂ ਦੇ ਰਹੇ ਨੇ। ਤੁਸੀਂ ਜੰਗ ਲੜ ਰਹੇ ਹੋ, ਇੱਕ ਦੇਸ਼ ਦੇ ਹਾਕਮ ਦੀ ਜੰਗ ਆ। ਸਾਡੇ ਦੇਸ਼ ਦਾ ਹਾਕਮ ਇਸ ਵੇਲੇ ਅੜੀ ਕਰੀ ਬੈਠਾ ਵਾ ਸਾਡੇ ਨਾਲ, ਸਾਡੇ ਸਮਾਜ ਨਾਲ, ਸਾਡੇ ਲੋਕਾਂ ਨਾਲ, ਸਾਡੀ ਕਿਸਾਨੀ ਨਾਲ, ਸਾਡੇ ਭਾਈਚਾਰੇ ਨਾਲ। ਤਾਂ ਉਸ ਦਾ ਮੂੰਹ ਤੋੜ ਜਵਾਬ ਵੀ ਦੇ ਰਹੇ ਨੇ ਤੇ ਅਜਿਹੇ ਬਜ਼ੁਰਗ ਵੀ ਦੇ ਰਹੇ ਨੇ ਜਿਨ੍ਹਾਂ ਦਾ ਅੱਜ ਅਸੀਂ ਸਾਥ ਨਹੀਂ ਮੰਨਦੇ। ਤੇ ਮੈਂ ਆਸ ਕਰਦਾ ਕਿ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੈਠੇ ਹੋ ਸਾਰੇ, ਜਿੰਨੇ ਜੋਗੇ ਹੋ ਇਸ ਕਰੋਨਾ ਵਰਗੀ ਮਹਾਮਾਰੀ ਦੇ ਵਿਰੁੱਧ ਵੀ ਲੜੋ। ਇਹਦਾ ਆਪਣਾ ਪੂਰਾ ਬਚਾਅ ਰੱਖੋ, ਕਿਉਂਕਿ ਇਹਨੂੰ ਵੀ ਮਾਮੂਲੀ ਨਾ ਸਮਝੋ। ਜਿਸ ਲਾਈਫ ਦੇ ਵਿੱਚ ਗੁਜ਼ਰ ਰਹੀ ਆ, ਬਹੁਤ ਮੌਤਾਂ ਹੋ ਰਹੀਆਂ ਨੇ। ਲੋਕ ਕਹਿ ਰਹੇ ਨੇ ਐਵੇਂ ਹੁੰਦੀਆਂ, ਐਵੇਂ ਨਹੀਂ ਕਿ ਦੁਨੀਆ ਜਿਸ ਦੇ ਘਰ ਅੱਗ ਲੱਗਦੀ ਆ ਸੂਈ ਜਾਣੇ, ਦੂਜੇ ਦੇ ਘਰ ਤੇ ਬਸੰਤ ਜਾਪਦੀ ਆ, ਪਰ ਲੋਕ ਮਰ ਰਹੇ ਜੀ। ਇਸ ਬਿਮਾਰੀ ਤੋਂ ਵੀ ਬਚਾਅ ਕਰੋ ਤੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਆਪਣਾ ਸਾਥ ਦਿਓ। ਮੈਂ ਬਜ਼ੁਰਗ ਆਪਣੇ ਸਤਿਕਾਰਯੋਗ ਮਾਮਾ ਜੀ ਸਰਦਾਰ ਹਰਭਜਨ ਸਿੰਘ ਜੀ ਨੂੰ ਇੱਥੇ ਸ਼ਰਧਾ ਦੇ ਫੁੱਲ ਭੇਟ ਕਰਦਾ। ਮੇਰੇ ਪੱਤਰਕਾਰ ਵੀਰ ਫਾਸਟਮੀਤ ਭਾਈ ਉਹਨਾਂ ਵੱਲੋਂ ਵੀ ਤੇ ਆਪਣੇ ਪੱਤਰਕਾਰ ਭਾਈਚਾਰੇ ਵੱਲੋਂ, ਰੋਜ਼ਾਨਾ ਅਜੀਤ ਅਖਬਾਰ ਵੱਲੋਂ, ਤੇ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਗੁਰੂ ਮਹਾਰਾਜ ਜੀ ਨੂੰ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂ ਜਥੇਦਾਰ ਅਮਰੀਕ ਸਿੰਘ ਜੀ ਵਿਸ਼ਵਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਇਸ ਪਰਿਵਾਰ ਨਾਲ ਬਹੁਤ ਸਮਾਂ ਸਾਂਝਾ ਜੀਵਨ ਬਤੀਤ ਕੀਤਾ। ਸਰਦਾਰ ਹਰਭਜਨ ਸਿੰਘ ਜੀ ਦੇ ਬਾਰੇ ਵੀ ਇਹ ਬੜੀ ਚੰਗੀ ਤਰ੍ਹਾਂ ਜਾਣਦੇ ਆ। ਮੈਂ ਉਹਨਾਂ ਨੂੰ ਬੇਨਤੀ ਕਰਾਂ ਉਹਨਾਂ ਦੇ ਜੀਵਨ ਝਾਤ ਤੇ ਕੁਝ ਸ਼ਬਦ ਜਥੇਦਾਰ ਅਮਰੀਕ ਸਿੰਘ ਜੀ ਵਿਸ਼ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਆਪਣਾ ਵੇਖੀ ਕਰਨ ਵਾਲੇ ਨਹੀਂ ਚਾਹੁੰਦਾ। ਸਰਦਾਰ ਹਰਭਜਨ ਸਿੰਘ ਦਾ ਜੀਵਨ ਜਿਹੜਾ ਸੀ ਉਹ ਬਹੁਤ ਵੱਡਾ ਇੱਕ ਮੌਜੂਦ ਸੀ, ਕਿਉਂਕਿ ਉਹਨਾਂ ਆਪਣੇ ਜੀਵਨ ਦੇ ਵਿੱਚ ਜਿੰਨੀ ਤੰਦਰੁਸਤੀ 'ਚ ਰਹਿ ਕੇ ਆਪਣਾ ਜੀਵਨ ਸਹਿਜ ਹੀ ਸ਼ਹਿਰ ਹੀ ਕਿਸੇ ਲੋਕ ਨੇ ਇੰਨਾ ਸੰਜਮ ਕੀਤਾ ਹੋਵੇ। ਕਿਉਂਕਿ ਮੈਂ ਵੇਖਦਾ ਜਦੋਂ ਇਹ ਸਾਰੇ 16 ਸਾਲ ਦੀ ਉਮਰ ਸੀ ਜਦੋਂ ਫੌਜ ਦੇ ਭਰਤੀ ਹੋਈ, 18 ਸਾਲ ਦੀ ਉਮਰ 2 ਸਾਲ ਦਾ ਵੀ ਨਹੀਂ ਸੀ ਸਰਟੀਫਿਕੇਟ ਤੇ, ਪਰ ਉਹ ਐਕਚੁਅਲੀ ਉਮਰ ਜਿਹੜੀ ਸੀ 16 ਸਾਲ ਸੀ। ਆਪਣੀ ਫੌਜੀ ਲਾਈਫ ਵਿੱਚ ਜਿਨ੍ਹਾਂ ਇਹ ਕੰਮ ਕਰਦੇ ਸੀ ਕਰਕੇ ਪੈਨਸ਼ਨ ਆਏ। ਤੇ ਮੈਂ ਵੇਖਦਾ ਕਿ ਜਦੋਂ ਫੌਜੀ ਪੈਨਸ਼ਨ ਆਉਂਦੇ ਆ ਤੇ ਉਹ ਕਈ ਲੋਕ ਹੋਰ ਵੀ ਕੰਮ ਕਰਦੇ ਏਜੰਸੀ ਦੇ ਕਰਦੇ ਆ, ਪਰ ਇਹਨਾਂ ਨੇ ਸੰਗਤ ਵਿੱਚ ਰਹਿ ਕੇ ਆਪਣੀ ਉਸੇ ਕਮਾਈ ਦੇ ਨਾਲ ਆਪਣਾ ਸਾਰਾ ਜੀਵਨ ਜਿਹੜਾ ਸੀ ਉਹਦੇ ਬਾਅਦ ਕੀਤਾ। ਕੋਈ ਲਾਲਚ ਨਹੀਂ, ਕੋਈ ਬਹੁਤ ਸਾਰੀਆਂ ਉਮੀਦਾਂ ਲੈ ਕੇ ਨਹੀਂ ਤੁਰੇ। ਆਪਣੇ ਪਰਿਵਾਰ ਨੂੰ ਸੱਚੀ ਸੇਧ ਦੇ ਕੇ, ਉਹਨਾਂ ਨੂੰ ਚੰਗੀ ਵਿਦਿਆ ਦੇ ਕੇ, ਬੱਚਿਆਂ ਨੂੰ ਕੰਮ ਕਰੀ ਪੜ੍ਹਦੇ ਚੰਗੇ ਤਰ੍ਹਾਂ ਵਿੱਚ ਉਹਨਾਂ ਦੀ ਸ਼ਾਦੀ ਕੀਤੀ। ਸਾਡੇ ਬਹੁਤ ਹੀ ਜੀ ਜਗਬੀਰ ਸਿੰਘ ਜਿਹੜਾ ਉਹਦੇ ਇਕਲੌਤਾ ਪੁੱਤਰ ਸੀ। ਮੈਂ ਸਮਝਦਾ ਵੀ ਇਹ ਜਿਹੇ ਸਭਨ ਪੁੱਤਰ ਘੱਟ ਹੁੰਦੇ ਆ। ਮੈਂ ਆਪਣਾ ਪਿਛਲੇ ਦਿਨਾਂ ਨੂੰ ਕਿਹਾ ਜਦੋਂ ਜਗਬੀਰ ਸਿੰਘ ਆਪਣੇ ਕਾਰੋਬਾਰ 'ਚ ਨਹੀਂ ਲੱਗਾ, ਮੈਂ ਭਾਜੀ ਜਗਬੀਰ ਨੂੰ ਬਾਹਰ ਭੇਜ ਦਿਓ, ਅੱਜ ਚੰਗੀ ਸਲਾਹ ਦੇਣ ਲੱਗਾ। ਇਹਨੂੰ ਕੱਲੇ ਨੂੰ ਘੱਲ ਕੇ ਆਪਾਂ ਕੀ ਕਰਨਾ ਮੁੜ ਕੇ, ਇਹ ਮੁੜ ਕੇ ਸਲਾਹ ਨਾ ਦਿਓ ਮੈਨੂੰ। ਮੈਂ ਬੜਾ ਖੁਸ਼ ਹੋਇਆ ਇਸ ਗੱਲ ਦੇ ਉੱਤੇ ਕਿ ਅੱਜ ਅਸੀਂ ਵੇਖਦੇ ਹਾਂ ਬਹੁਤ ਸਾਰੇ ਬੱਚੇ ਭਾਵੇਂ 2 ਨੇ ਭਾਵੇਂ 3 ਸਾਲ ਦੇ ਬਾਅਦ ਭੇਜ ਬੈਠੇ ਆ ਤੇ ਆਖਰੀ ਉਮਰ ਦੇ ਵਿੱਚ ਸਾਨੂੰ ਕੋਈ ਪਾਣੀ ਪਾਉਣਾ ਵੀ ਨਹੀਂ ਹੈ। ਬੱਚੇ ਫੋਨ ਕਰਦੇ ਨੇ, ਉਹਦੇ ਨੌਕਰ ਰੱਖ ਦਿਓ, ਇਹਦੇ ਦਾ ਸੇਵਾ ਭਾਲ ਕਰੂਗਾ, ਮੈਨੂੰ ਬਿਰਧਾ ਸਿੰਘ ਭੇਜ ਦਿਓ। ਅਜੇ ਵੀ ਬਹੁਤ ਸਾਰੇ ਕੋੜਾਮੁਖੀ ਲੋਕ ਮੈਂ ਵੇਖੇ ਆ ਜਿਹੜੇ ਹਸਪਤਾਲ ਦੇ ਵਿੱਚ ਜਾਂ ਬੁੱਢੇ ਬੁਢੇਪੇ ਆ ਜਿਹੜੇ ਬਿਰਧਾ ਆਸ਼ਰਮ ਬਣੇ ਉਹਨਾਂ ਵਿੱਚ ਰੋਂਦੇ ਫਿਰਦੇ ਵੇਖੇ ਆ। ਪਰ ਜਿਵੇਂ ਪਰਿਵਾਰ ਦੇ ਵਿੱਚ ਅਖੀਰੀ ਆਪਣੇ ਸਾਹਾਂ ਤੱਕ ਸਾਰੇ ਪਰਿਵਾਰ ਦੀ ਸੇਵਾ ਉਹਨਾਂ ਨੇ ਪ੍ਰਾਪਤ ਕੀਤੀਆਂ। ਕਿਸੇ ਸਤਿਯੁਗੀ ਮਨੁੱਖ ਦੇ ਭਾਗਾਂ ਵਿੱਚ ਇਹ ਗੱਲਾਂ ਹੁੰਦੀਆਂ ਨੇ, ਜਾਣਨ ਸਾਰੇ ਹੀ ਆ। ਗੱਲ ਕਰੀ ਉਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ, ਭਾਵੇਂ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਸ ਸੰਸਾਰ ਨੂੰ ਅੱਗ ਲਿਆ। ਪਰ ਇੰਨੀ ਮੈਂ ਮੇਰੀ ਸਮਝਦਾ ਵੀ ਉਮਰ ਥੋੜੀ ਹੈ, ਕਿਉਂਕਿ ਜੀਵਨ ਦੀ ਲੋੜ, ਮਨੁੱਖ ਦੀ ਲੋੜ ਬੜੀ ਆ।
ਅਜਿਹੇ ਲੋਕ ਜਿਨ੍ਹਾਂ ਨੇ ਚੰਗਾ ਸਮਾਜ ਨੂੰ ਸੇਧ ਦਿੱਤੀ ਆ, ਉਹਨਾਂ ਦਾ ਸਮਾਂ ਹੀ ਘਾਟਾ ਜਿਹੜਾ ਪੂਰਾ ਨਹੀਂ ਹੁੰਦਾ। ਫਿਰ ਇੱਕ ਵਾਰ ਮੈਨੂੰ ਯਾਦ ਆ, ਭਾਜੀ ਨਵੀਨ ਸਿੰਘ ਸੁਰਮਾਸੀ ਮੈਂ ਵੇਚੇ ਸਰ, ਮੈਂ ਕਿਹਾ ਭਾਜੀ ਯਾਰ ਕਿ ਮੇਰਾ ਕੋਲ ਅੰਦਰਲੀ ਪ੍ਰਤੀਯੋਗੀ ਨੂੰ ਬਣਾਈ ਹੈ। ਉਹ ਆਂਦੇ ਨੇ ਭਾਜੀ ਭਾਜੀ ਸਿੰਘ ਨੂੰ ਬਣਾਉਂਦੀ ਹੈ। ਮੈਂ ਆਉਂ ਨਾਲ ਸਲਾਹ ਕਰ ਲੈਂਦੇ ਹਾਂ। ਇਹਨਾਂ ਕੋਲ ਦੋਵੇਂ ਜੀ ਆਏ, ਅਸੀਂ ਆਖਿਆ ਕਿ ਭਾਜੀ ਤੁਹਾਨੂੰ ਅਸੀਂ ਮੈਂਬਰ ਬਣਾਉਣਾ ਪੰਚਾਇਤ ਦਾ, ਅਜੇ ਕੁਝ ਚਾਲੀ ਸਲਾਹ ਦਿਆ ਕਰੋ, ਇਹ ਕਿਤੇ ਕਮੇ ਨਾ ਪਾਓ। ਬੜੇ ਜ਼ੋਰ ਨਾਲ ਅਸੀਂ ਉਹਨਾਂ ਨੂੰ ਮਜ਼ਬੂਰ ਕੀਤਾ ਕਿ ਤੁਸੀਂ ਇਹ ਸੇਵਾ ਤੁਹਾਨੂੰ ਲੈ ਕੇ ਦੇਣੀ ਹੈ। ਮੈਂਬਰ ਪੰਚਾਇਤ ਬਣੇ। 5 ਸਾਲਾਂ ਦੇ ਵਿੱਚ ਉਹਨਾਂ ਨੇ ਅਜਿਹੇ ਕੰਮ ਕੀਤੇ ਜੋ ਉਹਨਾਂ ਸਰਪੰਚ ਬਣਨਾ ਸ਼ੁਰੂ ਕੀਤਾ, ਮੈਂਬਰ ਦੇ ਜੀ ਸਰਪੰਚ ਬਣਨਾ ਤੋਂ ਸ਼ੁਰੂ ਕੀਤਾ। तो मैं समझता कि जितने भी उन्होंने ड्यूटी लगती थी, जितने भी अपनी ड्यूटी सामने सी, वो तुरंत ही संपूर्ण करते थे। अजय लोग घट देखे जिहड़े समाज की ज्यादा काम कर, आम लोग अपने घर के लालच वास्ते सारा काम करते हैं। तो उन्होंने अजय पूरे पाकिस्तान की सेध दी, जीवन के बड़ी सच्चाई, ईमानदारी, ये सारा जो उन्होंने अपना जीवन बताया। कोई भी नहीं उन्होंने किसी को सलाह नहीं दी ये नाल कोई जेलखोरी होवे। तो मैं समझदा कि वो जिन्नी उन्होंने सेवा समाज की परिवार की की है, ये कोई शक नहीं है परमात्मा उन्होंने अपने घर के निवास बख्शूगा। मैं फिर यही अरदास करना कि परमात्मा उन्होंने अपने चरणों से निवास बख्शे, परिवार को भाणा भाणा का बल बख्शे। ਅਸੀਂ ਸਾਰਿਆਂ ਨੇ ਇਹ ਸਾਨੂੰ ਸਾਰਿਆਂ ਨੂੰ ਇਹ ਜਿਹੜਾ ਉਹਨਾਂ ਦੀ ਤੋੜ ਆਈ ਆ, ਉਹਨਾਂ ਦੀ ਜਿਹੜਾ ਵਿਛੋੜਾ ਆ, ਇਹਨੂੰ ਸਹਿਣ ਦਾ ਬਲ ਬਖਸ਼ੇ। ਬਾਕੀ ਸਾਰੇ ਰਿਸ਼ਤੇਦਾਰਾਂ ਦਾ, ਭੈਣ ਭਰਾਵਾਂ ਦਾ ਵੀ ਅਜਿਹੇ ਸਮੇਂ ਵਿੱਚ, ਕਿਉਂਕਿ ਸਮਾਂ ਹੀ ਐਸਾ ਭਿਆਨਕ ਆਇਆ, ਮੈਂ ਸਮਝਦਾ ਵੀ ਉਹ ਬੜੇ ਕਰਮਾਂ ਵਾਲੇ ਨੇ, ਨਾਲ ਤਾਂ ਹਰ ਇੱਕ ਨਹੀਂ ਆ, ਪਰ ਜਿਵੇਂ ਆ ਕਰੋਨਾ ਲੋਕ ਦੀ ਬਾਤ ਲਿਆ ਵੀ ਮੌਤ ਹੁੰਦੀ ਆ, ਕਿ ਹਸਪਤਾਲ ਦੀ ਮੌਤ ਹੋ ਗਈ ਆ, ਤੇ ਪਰਿਵਾਰ ਵਾਲੇ ਉੱਤੇ ਫੋਨ ਕਰ ਦਿੰਦੇ ਆ ਕਿ ਸਤਿਕਾਰ ਕਰਦੇ ਹੋਏ ਤੇ ਸਾਨੂੰ ਫੀਲ ਕਰ ਦਿੰਦੇ। ਇਹਨੇ ਮੌਤ ਵੀ ਆਉਂਦੀ ਆ, ਪਰ ਪਰਿਵਾਰ ਨੂੰ ਦੂਰੋਂ ਵੇਖ ਕੇ ਉਹਨੂੰ ਭੱਜਦੇ ਆ। ਤੇ ਜਿਹੀ ਕੋਵਿਡ ਸਮੇਂ ਦੇ ਵਿੱਚ ਮੈਂ ਸਮਝਦਾ ਵੀ ਆਪਾਂ ਸਾਰੇ ਇੱਥੇ ਉਹਨਾਂ ਨੂੰ ਸ਼ਰਧਾ ਪੂਰਵਕ ਭੇਟ ਕਰਨ ਵਾਸਤੇ ਇਕੱਤਰ ਹੋਏ, ਉਹਨਾਂ ਦੇ ਪਿਆਰ ਕਰਕੇ ਆਏ ਆ। ਪਰਮਾਤਮਾ ਸਾਰਿਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾ ਕੇ ਰੱਖੇ। ਜਿਵੇਂ ਮਾਰਗੀ ਸਿੰਘ ਨੇ ਕਿਹਾ, ਕਿਉਂਕਿ ਸਮਾਂ ਬੜਾ ਨਾਜ਼ੁਕ ਗਿਆ, ਸਾਨੂੰ ਸਾਰਿਆਂ ਦਾ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਆਪ ਨੂੰ ਕਿਤੇ ਬਚਾਉਣਾ, ਉੱਥੇ ਨਾਲ ਸਮਾਜ ਦਾ ਵੀ ਧਿਆਨ ਰੱਖਣਾ। ਉਹਨਾਂ ਨੂੰ ਵੀ ਆਪ ਬੇਨਤੀ ਕਰਨੀ ਹੈ ਕਿ ਇਹ ਸਮੇਂ ਦੇ ਵਿੱਚ ਪਰਮਾਤਮਾ ਦਾ ਨਾਮ ਪਰਮਾਤਮਾ ਹੀ ਜਿਹੜਾ ਬਣ ਸਕਦਾ, ਕਿਉਂਕਿ ਕਸੂਰ ਸਾਡਾ ਕੁਦਰਤ ਨਾਲ ਅਸੀਂ ਛੇੜਛਾੜੀ ਨਹੀਂ ਛੜੀ ਆ ਕਿ ਹੁਣ ਕੁਦਰਤ ਨੂੰ ਮੰਨਣਾ ਪੈਣਾ ਸਾਰਿਆਂ ਨੂੰ, ਤੇ ਮੰਨਦੇ ਵੀ ਹੈ। बड़े बड़े देश, बड़े बड़े घराने, बड़े बड़े मंत्री हाथ खड़े कर बैठे ने मौत के सामने, पर फिर भी मैं समझदा कि परमात्मा की कृपा साडे पिंडां विच फिर भी ये पिंडां दे विच कोई बचा आया, फिर परमात्मा से इतना ही भला करे। मैं फिर संगत का धन्यवाद करता होया फतेह अर्ज करदा। वाहिगुरू जी का खालसा, वाहिगुरू जी की फतेह। मैं अक्सर आता जाता रहा सी घर में सदे, मैं क्या पापा ਤੁਹਾਨੂੰ ਭਰਤੀ ਕਿਹਨੇ ਕਰਾਇਆ? ਤੁਸੀਂ ਤੇ ਕਾਫੀ ਜਾਣਿਆਂ ਨੂੰ ਭਰਤੀ ਕਰਾਇਆ, ਪਰ ਤੁਹਾਨੂੰ ਕਿਹਨੇ ਕਰਾਇਆ ਸੀ? ਮੈਨੂੰ ਮੈਂ ਇੱਥੋਂ ਦੌੜ ਕੇ ਨਾਲੇ ਗਿਆ, ਮੈਨੂੰ ਪਤਾ ਲੱਗਾ ਵੀ ਭਰਤੀ ਖੁੱਲੀ ਵਾਲੀ ਨਾਲੇ ਤੇ ਸਾਈਕਲ ਵਗੈਰਾ ਕੋਈ ਸਾਧਨ ਨਹੀਂ ਸੀ। ਦੌੜ ਕੇ ਗਿਆ ਨਾਲੇ, ਉਹਨਾਂ ਪੁੱਛਿਆ ਕਿੱਥੋਂ ਆਏ ਹੋ? ਸੋਈ ਤੋਂ ਆਇਆ। ਕਿੱਦਾਂ ਅੱਜ ਦੌੜ ਕੇ ਆਇਆ? वंदे उन्हें उस वे लाई होर ते मैनू भर्ती कर लिया। मैं फिर दौड़ ही लाई ते रसोई आया, ये तो मैं अपना बिस्तरा जेड़ा कपड़ा लिया ते मैं भर्ती हो गया। सो ऐसे उन्हों का तगड़ा शरीर से दौड़ के आए, दौड़ के गए, फिर दौड़ के आए। सो उन्होंने अपनी जिंदगी के विच बहुत मशक्कत की है। सो उन्होंने सच्ची सुच्ची कमाई का सदका उन्होंने परिवार खुश नसीब जीवन व्यतीत कर रहा है। मैं आखिरी हूँ एक बुलारे को बुलाना जिहड़े उन्होंने परिवार के विचों पिंड वाले ने उन्होंने बतौर सरपंच सेवा सौंपी है। इंस्पैक्टर यशपाल सिंह जी भुल्लर, सरपंच ग्राम पंचायत विशोआ, पुआई संघ का धन्यवाद करेंगे।
2-4 मिनट वास्ते और आप इसी तरह सजे बैठे रहो, फिर आप सारे ने लंगर पानी छक के जाना। इन्हों तो बाद देख वरते भी सारी संगत ने देख लेके जाना, जिन्होंने देख मिल जाए वो लंगर छकन। बाकी संगत इस तरह ही आप पड़ा पड़ा लंगर छक के सारे जाना। वाहिगुरू जी का खालसा, वाहिगुरू जी की फतेह। साडे परिवार के मैंबर, पिंड वासी, साडे रिश्तेदार, साडे ताया जी की अंतिम अरदास में शामिल होने लिए आए। सारे वाहिगुरू जी का खालसा, वाहिगुरू जी की फतेह। मैं ताया जी बारे थोड़ा जिहा दसना चाहना, क्योंकि मैं उन्होंने बड़ा ही प्यार लिया। अपने हो सकता अपने फादर नालों भी वध प्यार उन्होंने लेंदा रहा, क्योंकि उन्होंने सुभाव ही इदां दा सी। ताई जी का भी ते ताया जी का भी, पहला तो ताई जी चले गए, उन्होंने भी सुभाव बहुत ही चंगा सी, बहुत ही वधिया सी। ते उन्होंने तो बाद इन्हां दा बड़ा ही निक माणिया। मैं सोचदा कि इहो जिहे इंसान जे हर थां होण ते कोई लड़ाई झगड़ा, कोई किते किसी नाल वंड विहार, कोई ईर्खा, सारा कुछ खत्म हो जाए। जिवें दे उन्हां दा सुभाव सी, कदी भी किसी नाल कोई ईर्खा नहीं कदी रखी उन्होंने। कदी किसी दा वेख के मेरे आम लोग सोचते नहीं कि ऐसा किवें बन गया, ऐसा की बन गया, पर उन्होंने मन च कदी मैं इहो जी गल ही नहीं वेखी कि उन्होंने मन च कदी भी आई होवे कि फलाना बड़ा तगड़ा बन गया। वो हमेशा ही हसते रहते ही, हमेशा ही प्यार करते, हर एक आने जाने वाले को ही। सानू तो प्यार करते ही सी, पर उन्होंने को कोई गैर भी आ जाता सी ते उन्होंने भी वो अपने बच्चों को प्यार देते सी। गां मेरा वीर है छोटा वीर, इन्हें भी अपने पिता की तरह उवें ही सुभाव, उवें मिलना ते जिहड़ी इन्हें सेवा की है वो जिवें सरवण पुत नाम दिता गया सी अगे कि सरवण अपने मां प्यो की बड़ी सेवा करता सी, उवें मैं कह सकदा कि सरवण पुत ही आ। मैं जदों भी आउंदा सी, तकरीबन ऐतवार मैं आउंदा सी पिंड, ते हमेशा ही मैं वेखदा सी कि जां कपड़े साफ करने सी, बेटा है नबीर दा वो भी अजे कि छोटा बच्चा है, कई बार समझ नहीं होती, पर उन्हें भी इन्नी सेवा की है कि मैं हम दस ही नहीं सकता कि कितनी सेवा की होगी। एक गल चाचा जी ने कही है, चाचा जी ने तकरीबन सारी गल्लां दस दित्तियां, मेरे वीर जैब ने भी बहुत कुछ दसिया। मैं अज बड़ी बड़ा बहस करना सारे भी बच्चे सारे बाहर तुरी जाते हो। हुण जे रघबीर वाल वेखीए तो यह भी रोटी खा ही रहा, बहुत वधिया खा रहा। आप सारे बच्चे तोड़ दिते बाहर भी पैसे कमाउण जाके दवा दवा अमीर हो जाइए। जे इहो ਜਿਹੇ हालात बन जाण जिवें ताया जी ने सेवा करवाई आ, तो फिर तुसीं किधर जाना? फिर तो तुसीं कल्ले कल्ले मंजियां ते टेढ़े मेढ़े होके डिगोगे थले ही, क्योंकि तुसीं बच्चे दे तोड़ते आ बाहर ते आप तुसीं रह गए इत्थे। ते किवें ये काम चलूगा? थोड़ा जिहा आपां सोचीए। चलो जे दो बच्चे आ ते घट्टो घट्ट एक बच्चे नूं आखीए कि इत्थे रह जावे। ये सब मेरी बेनती भी है नाल अज ताया जी नूं संधाली ते तुसीं आए जे, पर यह गल जरूरी है कि ये नोट करो जिवें ताया जी ने सेवा करवाई है, लखबीर ने की है, इवें तुसीं सोचो कि जे होर किसी वाल इदां दा समा आया तो फिर की बनेगा। मैं बहुता कुछ ना कहां, तुसीं सारे भैन भरा आए जे, तुहाडा बहुत बहुत धन्नवाद। लंगर बनया, लंगर सारे भैन भरा छक के जाण, कोई भी होवे ना जावे, बहुता कुछ ना कीता आ कि उन्हां दा जतन वाहिगुरू जी खालसा वाहिगुरू। सरकार जो पापा जी के जीवन से जानना पाया, मैं एक बेनती करनी चाहता साथ संगत नूं, खास करके बेटियां नूं, मातावां ने, भैणां बेटियां ने, आप जो पुरानी चढ़ाई करते था ना, बड़े तरह की सलाहां बेटियां बेटियां देने इन्हां दे पैर इधर कर लो, इन्हां दे इधर कर लो, इत्थे चौक से जाके घुमा के पानी का भांडा भर दो, ये किते भी गुरबत विच नहीं लिखा करो। इस परिवार ने जिस तरह उन्होंने अंतम रस्मां जिहड़ियां ने ला कीतियां ने, आपां नूं तो सेध लेनी चाहिए है। कई बार कह देंगे स्नान करवाना
ਇਸ਼ਨਾਨ ਕਰਾਉਣ ਲੱਗੇ ਵੀ ਕਈ ਡਰਦੇ ਆ, ਹੱਥ ਨਹੀਂ ਲਾਉਂਦੇ ਮ੍ਰਿਤਕ ਪ੍ਰਾਣੀ ਨੂੰ, ਮਾੜਾ ਜਿਹਾ ਪਾਣੀ ਪੂਣੀ ਜਿਹਾ ਪਾ ਕੇ ਤੇ ਚੱਲਦਾ ਕਰਦੇ ਆ। ਕੱਪੜੇ ਜਿਹੜੇ ਆਖਦੇ ਨੇ ਉਹਨਾਂ ਦੇ ਰਿਸ਼ਤੇਦਾਰ ਸਹੁਰੇ ਲੈ ਕੇ ਹੁਣ ਉਹ ਅੱਜ ਪਾਟੇ ਜਿਹੇ ਕੱਪੜੇ ਹੁੰਦੇ ਨੇ, ਉਹ ਪਾ ਕੇ ਮ੍ਰਿਤਕ ਪ੍ਰਾਣੀ ਨੂੰ ਬੰਨ ਬੁੰਨ ਕੇ ਤੇ ਲੈ ਜਾਂਦੇ ਆ। ਜਦੋਂ ਕਿ ਤੁਸੀਂ ਪਾਪਾ ਜੀ ਦਾ ਜੀਵਨ ਵੇਖੋ, ਕਦੀ ਮਾੜਾ ਕੱਪੜਾ ਉਹਨਾਂ ਨੇ ਆਪਣੇ ਤਨ ਤੇ ਨਹੀਂ ਸੀ ਹੰਢਾਇਆ। ਭਾਵੇਂ ਕਬੀਲਦਾਰੀ ਭਾਰੀ ਸੀ, ਸਾਫ ਸੁਥਰੇ ਕੱਪੜੇ, ਸੋਹਣੇ ਦਸਤਾਰ, ਵਧੀਆ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਤੇ ਜੇ ਆਪਾਂ ਉਹਨਾਂ ਨੂੰ ਅੰਤਮ ਸਮੇਂ ਉਹਨਾਂ ਦੇ ਮ੍ਰਿਤਕ ਸਰੀਰ ਤੇ ਉਹ ਪਾਟੇ ਜਿਹੇ ਕੱਪੜੇ ਪਾ ਦੇ ਤੇ ਸਾਡੇ ਵਾਸਤੇ ਕਿੰਨੀ ਮੁਸ਼ਕਿਲ ਦੀ ਗੱਲ ਹੈ। ਮੇਰੇ ਵੀਰ ਲਖਬੀਰ ਨੇ ਪਹਿਲੋਂ ਹੀ ਕੱਪੜੇ ਉਹਨਾਂ ਦੇ ਸਵਾ ਕੇ ਰੱਖੇ ਸੀ, ਸੋਹਣਾ ਕਮੀਜ਼ ਪਜਾਮਾ, ਦਸਤਾਰ, ਕਸ਼ਹਿਰਾ, ਤੇ ਫਿਰ ਇਸ਼ਨਾਨ ਕਰਾਉਣ ਲੱਗਿਆ ਕਹਿੰਦੇ ਇੱਕੋ ਹੀ ਬਾਲਟੀ ਜਾਂ ਟੱਬ ਪਾਣੀ ਦਾ ਭਰਿਓ, ਦੂਜਾ ਨਾ ਭਰ ਲਿਓ, ਕਿਉਂਕਿ ਇਸੇ ਨੇ ਇਸ਼ਨਾਨ ਕਰਾਉਣਾ, ਭਾਵੇਂ ਮ੍ਰਿਤਕ ਪ੍ਰਾਣੀ ਦੇ ਸਿਰ 'ਚ ਉਹ ਦਹੀਂ ਜੰਮਿਆ ਹੋਵੇ ਤੇ ਉਹ ਨਿਕਲੇ ਨਾ ਨਿਕਲੇ, ਪਾਣੀ ਨਹੀਂ ਦੁਬਾਰਾ ਭਰਨਾ, ਟੂਟੀ ਖੁੱਲੀ ਛੱਡ ਕੇ ਇਸ਼ਨਾਨ ਕਰਾਉਣਾ ਚਾਹੀਦਾ ਜਿਸ ਤਰ੍ਹਾਂ ਇੱਥੇ ਕਰਾਇਆ। ਮੇਰਾ ਕਹਿਣ ਦਾ ਮਤਲਬ ਹੈ ਵੀ ਭੈਣੋ ਤੁਸੀਂ ਥੋੜਾ ਜਿਹਾ ਇੱਧਰ ਧਿਆਨ ਦਿਓ। ਉੱਥੇ ਕੱਚੀਆਂ ਦੀਆਂ ਰੋਟੀਆਂ ਲੈ ਜਾਂਦੇ ਆ, ਉੱਥੇ ਦੀਵਾ ਬਾਲ ਦਿੰਦੇ ਆ, ਉਹ ਉਸੇ ਵੇਲੇ ਹੀ ਉਹਦੇ ਚੁੱਕ ਕੇ ਲੈ ਜਾਂਦੇ ਆ। ਕਦੀ ਵੇਖੋ ਕਦੀ ਇਹੋ ਜਿਹੀਆਂ ਕੱਚੀਆਂ ਰੋਟੀਆਂ ਆਪਣੇ ਘਰ ਆਪਣੇ ਮਾਪੇ ਨੂੰ ਦਿੱਤੀਆਂ ਨਹੀਂ, 4 ਕੋਲੇ ਲੈ ਜਾਂਦੇ ਅਸੀਂ ਚੌਥੇ ਵੇਲੇ। ਉਹ ਇਹਨਾਂ ਗੱਲਾਂ ਤੋਂ ਆਪਾਂ ਉੱਪਰ ਉੱਠੀਏ, ਇਹਨਾਂ ਦੇ ਜਿਹੜੇ ਨੇ ਪ੍ਰਾਪਤ ਸਾਨੂੰ ਪਾਏ ਵਹਿਮ ਉਹਨਾਂ ਚੋਂ ਨਿਕਲੀਏ। ਸੋ ਮੇਰੀ ਇਹ ਬੇਨਤੀ ਹੈ ਕਿ ਨੂੰ ਸ਼ਾਇਦ ਇਹ ਮੇਰੀ ਗੱਲ ਕੋਲੇ ਵੀ ਲੱਗੀ ਹੋਊਗੀ, ਮੈਂ ਗੁਰੂ ਘਰ ਦਾ ਅਰਦਾਸ, ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਗੁਰਬਾਂ ਦੀ ਸਾਂਝ ਆਪਣੀ ਜਿੰਨੀ ਮੈਨੂੰ ਸੋਚ ਆ ਮੈਂ ਤੁਹਾਨੂੰ ਇਹ ਦੱਸਣਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ